अस्सलाम वालेकुम, सत श्री अकाल। लहंदे ते चढ़दे पंजाब दीयां सांझां नूं लै के एक होर कहानी, एक होर दास्तान लई अज असीं पहुंचे हां पिंड गट्टी। यह पिंड है साडे बहुत ही हरमन प्यारे सरदार गुरचरण सिंह ते उन्हां दे पिता सरदार प्रीतम सिंह होरां दा। सरदार प्रीतम सिंह ते उन्हां दे वीर सरदार दलीप सिंह, सरदार दर्शन सिंह, सरदार सोहन सिंह ते सरदार गुरबचन सिंह इसे ही पिंड दे वासी सन। 71 वरियां तो अपने जन्म भौं थां वेखण दी तांग ते उन्हां दीयां बचपन दीयां यादां नूं ताज़ा करदियां होइयां आओ वेखदे हां उन्हां दा पिंड ते गलबात सांझी करदे हां पिंड वासियां दे नाल। तो असीं पहुंचे हैं 202 गट्टी, जिहदा पुराना नाम तारागढ़ जी सी स्कूल वाले, जिहड़ा कि गट्टी स्टेशन है ड्राईपोर्ट जिन्हों आते उस तो 2-3 किलोमीटर 2-3 वार अगे पैंदा उस पिंड असीं पहुंचे हैं। तो उन्होंने लोगों उन्होंने फैमिलीज़ नूं जिहड़े इत्थों उठ के गए पार्टीशन वेले 1947 की वंड वेले उन्होंने यादां नूं ताज़ा करन, उन्होंने कुछ दोस्तों दी रिक्वेस्टां सी साडा पिंड सानूं विखाया जाए। ਅਤੇ ਅਨਫੋਰਚੂਨੇਟਲੀ ਇੱਥੇ ਸਾਨੂੰ ਕੋਈ ਐਸਾ ਬਜ਼ੁਰਗ ਬਸ਼ਿੰਦਾ ਤਾਂ ਨਹੀਂ ਮਿਲਿਆ ਜਿਹੜਾ ਕਿ ਉਸ ਟਾਈਮ ਦਾ ਜਿਹਨੂੰ ਹੋਸ਼ ਹੋਵੇ, ਕੁਛ ਪਤਾ ਹੋਵੇ। ਲੇਕਿਨ ਸਾਡੇ ਨਾਲ ਇੱਕ ਦੋਸਤ ਸਾਡੇ ਮੌਜੂਦ ਨੇ ਜ਼ਹੂਰ ਸਾਹਿਬ, ਜਿਨ੍ਹਾਂ ਨੂੰ ਸਾਰਾ ਇਲਮ ਹੈ, ਪਤਾ ਵਾ ਸਾਰਾ ਵੀ ਇੱਥੇ ਕੌਣ ਕੌਣ ਰਹਿੰਦਾ ਸੀ ਅਤੇ ਕੌਣ ਕੌਣ ਵਸਦਾ ਸੀ, ਕਿਹੜਾ ਕਿਹੜਾ ਪਿੰਡ ਸੀ, ਇੱਕ ਇੱਕ ਘਰ ਦਾ ਇੱਕ ਬੰਦੇ ਦਾ ਨਾਂ ਯਾਦ। ਅਤੇ ਉਹ ਕੁਛ ਇਹਨਾਂ ਨਾਲ ਜ਼ਹੂਰ ਸਾਹਿਬ ਨਾਲ ਗੱਲਬਾਤ ਸ਼ੇਅਰ ਕਰਾਂਗੇ। अस्सलाम वालेकुम ज़हूर साहब। वालेकुम सलाम जी, ठीक ठाक। हाँ जी, सेहत ठीक है? बिल्कुल। ना तुहाडा ज़हूर ते वालिदा की ना? नज़र हुसैन जी। गो तुहाडी किहड़ी है? गो साडी मल्ली। मल्ली। ਤੇ ਤੁਸੀਂ ਵਸਿੰਦੇ ਹੋ ਇੱਥੋਂ ਦੇ? ਹਾਂਜੀ ਜੀ, ਅਸੀਂ 1890 ਦੇ ਵਿੱਚ ਅਸੀਂ ਮਤਲਬ ਇੱਥੇ ਸਾਡਾ ਪਰਿਵਾਰ ਆਇਆ। ਅੱਛਾ ਅੱਛਾ। ਲੇਕਿਨ ਸਾਡੇ ਪਿਓ ਦਾਦੇ ਦੀ ਪੈਦਾਇਸ਼ ਜਿਹੜੀ ਹੈਗੀ ਹੈ ਨਾ ਉਹ ਇੱਥੇ ਦੀ ਹੈ, ਇਸ ਪਿੰਡ ਦੀ ਗੱਟੀ ਹੈ, ਗੱਟੀ ਸਕੂਲ ਵਾਲੇ। ਹਾਂਜੀ। ਅੱਛਾ, ਇਹ ਦੱਸੋ ਵੀ ਇੱਥੇ ਕੋ ਤੁਹਾਨੂੰ ਹੈ ਇਲਮ ਵੀ ਇੱਥੇ ਕਿਹੜੀ ਕਿਹੜੀਆਂ ਫੈਮਲੀਆਂ ਪਹਿਲਾਂ ਰਹਿੰਦੀਆਂ ਹੁੰਦੀਆਂ ਸੀ? ਕਿੰਨੇ ਘਰ ਸੀ ਸਿੱਖਾਂ ਦੇ, ਕਿੰਨੇ ਮੁਸਲਮਾਨਾਂ ਦੇ? ਇਹ ਮੁਸਲਮਾਨਾਂ ਦੇ ਘਰ ਤੇ ਮਤਲਬ ਥੋੜ੍ਹੇ ਸੀਗੇ, 8-10 ਘਰ ਹੀ ਸੀ, ਬਾਕੀ ਸਾਰੇ ਸਿੱਖਾਂ ਦਾ ਪਿੰਡ ਸੀ ਇਹ। ਅੱਛਾ। ਤੇ ਜਿੰਨੇ ਵੀ ਸਿੱਖ ਇੱਥੋਂ ਗਏ ਆ ਨਾ ਇਸ ਵਕਤ ਦੇ ਵਿੱਚ, ਜਾਂ ਭਾਵੇਂ ਕੋਈ 100 ਸਾਲ ਦਾ ਬੰਦਾ ਲੈ ਆਓ, ਭਾਵੇਂ ਉਹਦੀ 80 ਸਾਲ ਉਮਰ ਹੈ, ਕਿਸੇ ਨੂੰ ਨਹੀਂ ਪਤਾ। ਮੇਰੇ ਵਾਲੇ ਸਾਹਿਬ ਨੇ ਮੈਨੂੰ ਸਾਰਾ ਕੁਝ ਦੱਸਿਆ ਉਹਨਾਂ ਦੇ ਬਾਰੇ, ਉਹ ਉੱਦਾਂ ਹੀ ਮੈਨੂੰ ਯਾਦ ਆ ਸਾਰਾ। ਅੱਛਾ ਅੱਛਾ। ਤੇ ਕਿਹੜੇ ਸਨ ਇੱਥੋਂ ਪਿੰਡ ਦੇ ਨੰਬਰਦਾਰ? ਨੰਬਰਦਾਰ ਜੀ ਹੈਗਾ ਸੀ ਠਾਕਰ ਸਿੰਘ, ਨੰਬਰਦਾਰ ਸੀ ਪਿੰਡ ਦਾ। ਉਹਦੇ 5 ਮੁੰਡੇ ਸੀ, ਜਿਨ੍ਹਾਂ ਵਿੱਚੋਂ 4 ਦਾ ਮੈਨੂੰ ਨਾਵਾਂ ਦਾ ਪਤਾ ਹੈ, ਇੱਕ ਦੇ ਨਾਂ ਦਾ ਨਹੀਂ ਪਤਾ। ਕਿਹੜਾ ਕਿਹੜਾ ਨਾਮ? ਕੀ ਨਾਮ? ਉਹ ਇੱਕ ਦਾ ਨਾਂ ਸੁਵਿੰਦਰ ਸਿੰਘ ਸੀ, ਇੱਕ ਨਾਂ ਮਹਿੰਦਰ ਸਿੰਘ ਸੀ, ਇੱਕ ਨਾਂ ਵਰਿਆਮ ਸਿੰਘ ਸੀ, ਇੱਕ ਨਾਂ ਬਚਨ ਸਿੰਘ ਸੀ। ਅੱਛਾ, ਉਹ ਪਤਾ ਉਧਰ ਕਿੱਥੇ ਬੈਠੇ ਜਾ ਕੇ? ਹਾਂਜੀ, ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਦਿੱਲੀ ਰੋਡ ਤੇ ਇੱਕ ਪਿੰਡ ਚੌਹਾਨ ਆ, ਉੱਥੇ ਬੈਠੇ ਆ। ਚੌਹਾਨ। ਹਾਂਜੀ। ਤੁਹਾਡਾ ਆਪਸ ਵਿੱਚ ਕੋਈ ਰਾਬਤਾ ਰੁਬਤਾ ਹੈ? ਹਾਂਜੀ, ਰਾਬਤਾ ਉਹਨਾਂ ਦੇ ਨਾਲ ਹੈ ਹੋਇਆ ਸਾਡਾ ਜੀ, ਤਕਰੀਬਨ 2 ਸਾਲ ਤੋਂ ਹੋਇਆ। 2 ਸਾਲ ਤੋਂ? ਹਾਂਜੀ। ਤੁਸੀਂ ਮਿਲ ਕੇ ਵੀ ਆਏ ਹੋ ਸੁਣਿਆ? ਹਾਂਜੀ, ਮਿਲ ਕੇ ਆਏ। ਮਿਲ ਕੇ ਆਏ, ਠੀਕ। ਅੱਛਾ, ਹੋਰ ਪਿੰਡ ਦੇ ਇਸ ਜਿਹੜੇ ਨੰਬਰਦਾਰ ਉਹਨਾਂ ਤੋਂ ਇਲਾਵਾ ਕਿਹੜੀਆਂ ਫੈਮਲੀਆਂ ਸਨ? ਉਹਨਾਂ ਦੇ ਹਾਂਜੀ, ਇਹਨਾਂ ਦੇ ਘਰ ਦੇ ਸਾਹਮਣੇ ਸੀ ਜੀ ਪੂਰਨ ਸਿੰਘ ਖੋਜੀ ਦਾ ਘਰ, ਉਹਦੇ ਸੱਜੇ ਬੰਨੇ ਆਲਾ ਸੋਂ ਤੇ ਪਾਲਾ ਸੋਂ। ਉਸ ਤੋਂ ਅੱਗੇ ਮਾਰ ਸੰਤੋਖ ਸਿੰਘ, ਉਹਦੀ ਬੇਗਮ ਦਾ ਨਾਂ ਭਾਨਕੌਰ ਸੀ, ਸਕੂਲ ਟੀਚਰ ਸੀ ਉਹ। ਉਦੋਂ ਸਾਈਕਲ ਚਲਾ ਕੇ ਚੰਦੀਆਂ ਵਾਲੇ ਪੜਾਉਣ ਜਾਂਦੀ ਹੁੰਦੀ ਸੀ। ਚੰਦੀਆਂ ਤਲਾਵਾਂ? ਹਾਂਜੀ, ਚੰਦੀਆਂ ਤਲਾਵਾਂ। ਚੌਂਕ ਦੇ ਵਿੱਚ ਬਨਾਚੀ ਰਾਮ ਦੀ ਹੱਟੀ ਸੀ, ਉਹਦੇ ਸਾਹਮਣੇ ਸੀ ਮਾਸਟਰ ਬਿਸ਼ਨ ਸੋਂ ਦਾ ਘਰ। ਉਦੋਂ 4th ਕਲਾਸ ਨੂੰ ਪੜਾਉਂਦਾ ਜਦੋਂ ਪਾਕਿਸਤਾਨ ਬਣਿਆ। ਅੱਛਾ। ਉਹਦੇ ਉਹਦੇ ਸਾਹਮਣੇ ਸੀ ਮੁੰਸ਼ੀ ਬਾਹਮਣ ਦਾ, ਉਹਦੇ 2 ਮੁੰਡੇ ਸੀ, ਇੱਕ ਨਾਂ ਸ਼ਿਵ ਲਾਲ ਸੀ, ਇੱਕ ਨਾਂ ਪ੍ਰਕਾਸ਼ ਲਾਲ ਸੀ। ਉਸ ਤੋਂ ਅਗਲਾ ਘਰ ਹੈਗਾ ਸੀ ਮਈਆ ਸੋਂ ਦਾ, ਉਹਦਾ ਸੀ ਮੁੰਡਾ ਇੰਦਰ ਸਿੰਘ। ਇੰਦਰ ਸਿੰਘ ਦਾ ਮੁੰਡਾ ਸੀ ਇੱਕ ਬਚਨ ਸਿੰਘ, ਹਾਕੀ ਦਾ ਬੜਾ ਪਲੇਅਰ ਸੀ ਉਹ। ਅੱਛਾ, ਇਹ ਮੈਂ ਹਾਕੀ ਤੋਂ ਯਾਦ ਹੈ ਵੀ ਤੁਹਾਡੇ ਪਿੰਡ ਦੀਆਂ ਹੁਣ ਵੀ ਟੀਮਾਂ ਪਿੰਡ ਦੀਆਂ ਹਾਕੀ, ਹੈਂਡਬਾਲ ਹਾਂਜੀ ਤੇ ਕ੍ਰਿਕਟ, ਫੁੱਟਬਾਲ ਚੰਗੀਆਂ ਟੀਮਾਂ ਪਹਿਲੋਂ ਵੀ ਇੱਥੇ ਦੇ? ਹਾਂਜੀ, ਹਾਂ, ਸਭ ਤੋਂ ਪਹਿਲਾਂ ਸਕੂਲ ਹੀ ਇੱਥੇ ਸੀਗਾ, ਲਾਗੇ ਪਿੰਡਾਂ ਦੇ ਵਿੱਚ ਕਿਸੇ ਸਕੂਲ ਨਹੀਂ ਸੀ ਹੈਗਾ 20 ਮੀਲ ਤੱਕ। ਨਹੀਂ, ਸਪੋਰਟਸ 'ਚ ਵੀ ਪਿੰਡ ਦਾ ਨਾਮ ਬਹੁਤ? ਹਾਂਜੀ, ਸਪੋਰਟਸ ਦੇ ਵਿੱਚ ਸਾਡੀ ਜ਼ੂਮ ਦੇ ਵਿੱਚੋਂ ਅਜੇ ਤੱਕ ਫੁੱਟਬਾਲ ਦੀ ਟੀਮ ਅਜੇ ਤੱਕ ਹਰੀ ਨਹੀਂ, 70 ਸਾਲ ਹੋ ਗਏ। ਚੰਗਾ, ਉਦੋਂ ਵੀ ਚੰਗੀਆਂ ਟੀਮਾਂ? ਹਾਂਜੀ, ਬਿਲਕੁਲ ਚੰਗੀ। ਅੱਛਾ, ਇਹ ਤੁਹਾਡੇ ਅੱਬਾ ਜੀ ਨੇ ਤੁਹਾਨੂੰ ਕੱਲਾ ਦੱਸਿਆ ਵੀ ਇੱਥੇ ਫਲਾਣਾ? ਹਾਂਜੀ, ਬਿਲਕੁਲ ਸਾਰਾ। ਅੱਛਾ। ਇਹ ਜੈਮਲ ਸੋਂ ਤੋਂ ਅਗਲਾ ਘਰ ਸੀ ਮਾਸਟਰ ਜਵਾਲਾ ਸੋਂ ਦਾ, ਉਹਦੇ ਸਾਹਮਣੇ ਸੀ ਸੰਤਾ ਸੋਂ ਦਾ ਘਰ। ਉਸ ਤੋਂ ਅੱਗੇ ਬਾਜ਼ਾਰ ਆ ਜਾਂਦਾ, ਬਾਜ਼ਾਰ ਮੁੜਦੇ ਮਾਟ ਦੀਵਾਨ ਚੰਦ ਦਾ ਘਰ ਸੀ, ਉਹਦੀ ਕੁੜੀ ਸੀ ਰਾਧਾ, ਉਹ ਵੀ ਸਕੂਲ ਟੀਚਰ ਸੀ। ਉਹ ਘੋੜੀ ਉੱਤੇ ਬਹਿ ਕੇ ਚੰਦੀਆਂ ਵਾਲੇ ਪੜਾਉਣ ਜਾਂਦੀ ਹੁੰਦੀ ਸੀ ਤਲਾਵਾਂ। ਹਾਂਜੀ, ਉੱਥੇ ਜਾਂਦੀ ਸੀ। ਉੱਥੇ ਵੀ ਸਕੂਲ ਉਹਦਾ ਹੈਗਾ? ਹਾਂਜੀ। ਉਸ ਤੋਂ ਅਗਲਾ ਬੱਸੀ ਸਿੰਘ ਦਾ ਘਰ ਸੀ, ਉਹਦੇ ਅਗਲੇ ਬੰਨੇ ਬਾਜ਼ਾਰ ਦੇ ਵਿੱਚ ਨੂੰ ਬਾਜ਼ਾਰ ਆ ਜਾਂਦਾ ਚੌਂਕ, ਖੱਬੇ ਬੰਨੇ ਚਤਰ ਸੋਂ ਦੇ ਨੰਦ ਸੋਂ, ਉਹਦੇ ਨਾਲ ਦਾ ਗੁਰਪਾਲ ਸੋਂ, ਉਹਦੇ ਸਾਹਮਣੇ ਬੇਲਾ ਸੋਂ, ਤੇ ਚਤਰ ਸੋਹਣਾ ਦੇ ਸਾਹਮਣੇ ਹੈਗਾ ਸੀ ਜੰਝ ਘਰ, ਜਿਹਨੂੰ ਬੈਠਕ ਵੀ ਕਹਿੰਦੇ ਆ। ਹਾਂਜੀ, ਉਹਦੇ ਅਗਲੀ ਨੁੱਕਰ ਤੇ ਕਿਸ਼ਨ ਸੋਂ ਦਾ ਘਰ ਸੀ। ਉਸ ਤੋਂ ਅੱਗੇ ਸਿੱਧੇ ਬਾਜ਼ਾਰ ਜਾਓ ਤੇ
ਸ਼ਾਮ ਸੋਂ ਦਾ ਘਰ ਸੀ, ਉਹਦੀਆਂ 2 ਬੁੱਢੀਆਂ ਸੀ, ਇੱਕ ਨਾ ਗੁੱਤੋ ਸੀ, ਇੱਕ ਨਾ ਬੁੱਧਾ ਸੀ। ਗੁੱਤੋ ਦੇ ਵਿੱਚ 3 ਮੁੰਡੇ ਸੀ, ਅਮਰ ਸਿੰਘ, ਦਰਸ਼ਨ ਸਿੰਘ ਤੇ ਸੁੱਚਾ ਸਿੰਘ। ਇੱਕ ਦੇ ਵਿੱਚ ਇੱਕ ਮੁੰਡਾ ਸੀ ਕਰਮ ਸਿੰਘ। ਬੜਾ ਰੱਟਿਆ ਤੁਸੀਂ ਯਾਰ ਇਹ ਸਾਰਾ ਹੈ। ਉਸ ਤੋਂ ਅਗਲਾ ਘਰ ਹੈਗਾ ਸੀਗਾ ਜੀ ਆਪਣਾ ਕੇਰ ਸੋਂ ਦਾ। ਉਹਦੇ ਸਾਹਮਣੇ ਸੱਜੇ ਬੰਨੇ ਮਹਿਰੇ ਦਾ ਘਰ ਸੀ, ਖੱਬੇ ਬੰਨੇ ਮਤਲਬ ਹੈਗਾ ਸੀ ਗੰਡਾ ਸੋਂ ਤੇ ਮੋਹਨ ਸੋਂ ਦਸੰਦਾ ਸੋਂ। ਉਸ ਤੋਂ ਅੱਗੇ ਆ ਜਾਂਦਾ ਸੀ ਮਹਿਰੇ ਦੇ ਨਾਲ ਅਗਲੇ ਬੰਨੇ ਸੋਹਣ ਸਿੰਘ ਦਾ ਘਰ ਸੀ। ਜਿਵੇਂ ਤੁਸੀਂ ਦੱਸਣ ਦੇ ਨਾ ਅੱਬਾ ਜੀ ਤੁਹਾਡੇ ਤੁਹਾਨੂੰ ਦੱਸਿਆ ਸਾਰਾ ਇਹ ਹਾਂਜੀ, ਘਰ, ਹਾਂਜੀ। ਤੇ ਇਹਦਾ ਮਤਲਬ ਵੀ ਤੁਹਾਡੇ ਅੱਬੇ ਦਾ ਬਹੁਤ ਪਿਆਰ ਹੋਣਾ ਉਹਨਾਂ ਨਾਲ। ਹਾਂਜੀ ਬਿਲਕੁਲ, ਅਸੀਂ 6 ਭਾਈ ਹਾਂ ਜੀ। ਮੇਰੇ 5 ਭਰਾਵਾਂ ਨੂੰ ਕੋਈ ਨਹੀਂ ਪਤਾ ਇਸ ਗੱਲ ਦਾ। ਮੈਨੂੰ ਸਿਰਫ ਮੈਂ ਉਹਨਾਂ ਦੇ ਨਾਲ ਰਿਲੇਟਡ ਰਿਹਾ ਗੱਲਾਂ ਦੇ ਨਾਲ। ਉਹ ਮੈਨੂੰ ਉੱਦਾਂ ਹੀ ਮੂੰਹ ਜ਼ਬਾਨੀ ਯਾਦ ਆ, ਮੈਂ ਲਿਖੀ ਵੀ ਨਹੀਂ ਕੋਈ ਗੱਲ। ਨਹੀਂ ਉਹ ਮੈਂ ਨਾ ਵੀ ਤੁਹਾਡੇ ਅੱਬਾ ਜੀ ਦਾ ਫਿਰ ਉਹਨਾਂ ਨਾਲ ਵਾਹਵਾ ਗੱਲ ਘਸਾਵਾ ਹੋਣਾ। ਹਾਂਜੀ ਹਾਂਜੀ ਬਿਲਕੁਲ ਜੀ। ਉਦੋਂ 10-15 ਸਾਲ ਦੇ ਸੀ ਤੇ ਉਹਨਾਂ ਦੇ ਨਾਲ ਸਰਦਾਰਾਂ ਨਾਲ ਬੜੀ ਯਾਰੀ ਸੀ ਉਹਨਾਂ ਦੀ। ਜਦੋਂ ਵੰਡ ਹੋਈ ਆ ਹਾਂਜੀ। ਅੱਬਾ ਜੀ ਦੱਸਿਆ ਹੋਣਾ ਵੀ ਇੱਥੋਂ ਠੀਕ ਠਾਕ ਚਲੇ ਗਏ। ਹਾਂਜੀ ਜੀ, ਪਹਿਲੋਂ ਉਹਨਾਂ ਨੂੰ ਵਾਲ ਸਾਹਿਬ ਸਾਡੇ ਦੱਸਦੇ ਸੀ ਵੀ ਤੁਸੀਂ ਇੱਥੋਂ ਚੱਲ ਜਾਣਾ। ਉਹ ਨਹੀਂ ਸੀ ਮੰਨਦੇ, ਉਹ ਕਹਿੰਦੇ ਸਾਡੀਆਂ ਜੜ੍ਹਾਂ ਬਹੁਤ ਡੂੰਘੀਆਂ, ਅਸੀਂ ਨਹੀਂ ਇੱਥੋਂ ਜਾਣਾ। ਲੇਕਿਨ ਜਦੋਂ ਉਹ ਮਤਲਬ ਉਹਨਾਂ ਨੂੰ ਪਤਾ ਲੱਗਾ ਨਾ ਕਿ ਸਾਨੂੰ ਵਾਕਈ ਜਾਣਾ ਪੈਣਾ, ਸਾਡੇ ਬੂਹੇ ਦੇ ਸਾਹਮਣੇ ਪਿੱਪਲ ਦਾ ਬੂਟਾ ਸੀ, ਉਹਦੇ ਥੱਲੇ ਫਿਰ ਉਹਨਾਂ ਨੇ ਲਿਆ ਕੇ ਢੱਗਿਆਂ ਨੂੰ ਖੁਰੀਆਂ ਲਾਈਆਂ। ਫਿਰ ਕਹਿਣ ਡੈ ਪਏ ਕਿ ਵਾਕਈ ਸਾਨੂੰ ਇੱਥੋਂ ਜਾਣਾ ਹੀ ਪੈਣਾ ਆ। ਫਿਰ ਉਹ ਸਾਡੇ ਵਾਲ ਸਾਹਿਬ ਕਹਿੰਦੇ ਵੀ ਜਦੋਂ ਤੜਕੇ ਗਏ ਆ 4 ਵਜੇ ਸੁਬਾਹ ਨੂੰ, ਤੇ ਪਹਿਲੋਂ ਆਏ ਸਾਡੇ ਘਰ। ਉਹ ਸਾਡੇ ਦਾਦੇ ਦਾ ਨਾਂ ਬਹਾਰਦੀਨ ਸੀ। ਉਹ ਕਹਿੰਦੇ ਸਾਈਂ ਬਹਾਰਦੀਨ ਨਾਲ ਆਵਾਜ਼ਾਂ ਮਾਰੀਆਂ ਉਹਨਾਂ ਨੇ, ਸਾਈਂ ਬਹਾਰਦੀਨ ਨਾਲ ਵੀ ਅਸੀਂ ਤੁਸੀਂ ਵਸਦੇ ਭੱਲੇ ਅਸੀਂ ਜਾਂਦੇ ਭੱਲੇ। ਉਹ ਫਿਰ ਇੱਧਰ ਦੀ ਸੰਤਾ ਸੋਂ ਦੇ ਮੁਰੱਬੇ ਵੱਲ ਦੀ ਗਏ ਆ ਸਿੱਧੇ ਹੀ। ਉੱਥੋਂ ਸਿੱਧੇ ਫਿਰ ਗਾਟੇ ਵਾਲੀ ਦੀ ਨਹਿਰ 'ਤੇ ਚੜ੍ਹੇ ਆ, ਗਾਟੇ ਦੀ ਨਹਿਰ ਤੋਂ ਸਿੱਧੇ ਖਾਲਸਾ ਕਾਲਜ ਗਏ ਆ। ਅੱਛਾ, ਫੈਸਲਾਬਾਦ ਕੈਂਪ ਵੱਜਾ। ਹਾਂਜੀ, ਲੈਣ ਇਹ ਨੰਬਰਦਾਰਾਂ ਦੇ ਘਰ ਜੇ ਵਿਹੜੇ 'ਚ ਖੂਹੀ ਸੀਗੀ ਜੀ, ਉੱਥੋਂ ਇੱਕ ਚਰਖਾ ਨਿਕਲਿਆ, 2 ਗਾਗਰਾਂ ਪਿੱਤਲ ਦੀਆਂ, ਇੱਕ ਪਰਾਤ ਆਟੇ ਵਾਲੀ ਨਾਲ ਗੁੱਝਾ ਸੀ, ਆਟਾ ਗੁੱਝਾ ਸੀ ਲੇਕਿਨ ਉਹਦੇ ਚੰਬੜਿਆ ਸੀ ਨਾਲ, ਉਹ ਨਿਕਲਿਆ। ਤੇ ਉਹ ਵਾਲ ਸਾਹਿਬ ਕਹਿੰਦੇ ਜਦੋਂ ਅਸੀਂ ਇਹਨਾਂ ਦੇ ਘਰਾਂ 'ਚ ਜਾਈਏ ਤਾਂ ਉਹਨਾਂ ਦੀਆਂ ਜਿਹੜੀਆਂ ਮੁਰਗੀਆਂ ਨਾ ਉਹ ਡਰਦੀਆਂ ਸਾਡੇ ਤੋਂ, ਬਨੇਰਿਆਂ ਉੱਤੇ ਚੜ੍ਹ ਜਾਣ ਕਦੀ, ਤੇ ਪੀਪੇ ਖੁੱਲ੍ਹੇ ਮਤਲਬ ਘਿਓ ਦੇ, ਉੱਦਾਂ ਹੀ ਚੁੱਲ੍ਹਿਆਂ ਦੇ ਵਿੱਚ ਹਾਂਜੀ ਉੱਦਾਂ ਹੀ ਚੁੱਲ੍ਹਿਆਂ 'ਚ ਅੱਗ ਵੀ ਬਲਦੀ ਸੀ, ਤੇ ਉੱਦਾਂ ਕੋਈ ਘਿਓ ਡੁੱਲਾ, ਕੋਈ ਉੱਦਾਂ ਹੀ ਮਤਲਬ ਛੱਡ ਕੇ ਜਿੱਥੇ ਭਾਂਡੇ ਪਏ ਨੇ ਉੱਥੋਂ ਉਹਨਾਂ ਨੇ ਚੁੱਕੇ ਵੀ ਨਹੀਂ ਗਏ। ਲੇਕਿਨ ਬਹੁਤ ਹੀ ਅੱਛੇ ਬੰਦੇ ਸੀ ਪਿੰਡ ਦੇ। ਕਿਸੇ ਜਿਹੜਾ ਠਾਕਰ ਸੋ ਨੰਬਰਦਾਰ ਸੀ ਨਾ ਜੀ, ਜਦੋਂ ਈਦ ਆਉਂਦੀ ਸੀ ਉਦੋਂ ਮੁਸਲਮਾਨਾਂ ਨੂੰ ਕਹਿੰਦਾ ਵੀ ਦੁੱਧ ਦਹੀਂ ਸਾਡੇ ਘਰੋਂ ਲੈਣਾ ਤੁਸੀਂ, ਅਗਰ ਤੁਸੀਂ ਇਹ ਨਹੀਂ ਲੈ ਸਕਦੇ ਫਿਰ ਸਾਡੇ ਘਰੋਂ ਮੱਝ ਲੈ ਜਾਓ, ਉਹਨਾਂ ਨੂੰ ਤੁਸੀਂ ਮਤਲਬ ਜਾ ਕੇ ਚੋਵੋ ਪੀਓ, ਆਪਣੇ ਰੋਜ਼ੇ ਰੱਖੋ, ਉਸ ਤੋਂ ਬਾਅਦ ਸਾਡੇ ਮੱਝ ਡੇਰੇ ਬਣ ਜੀ। ਉਸ ਵਕਤ ਦੇ ਵਿੱਚ ਉਹਨਾਂ ਦੇ ਘਰ ਅਖਬਾਰ ਲੱਗੀ ਹੁੰਦੀ ਸੀ। ਅੱਛਾ, ਹਾਂਜੀ, ਪੜ੍ਹੇ ਲਿਖੇ। ਹਾਂਜੀ, ਬੜਾ ਵਰਿਆਮ ਸਿੰਘ ਸੀ, ਉਹਨੇ 1946 'ਚ BSc ਕੀਤੀ ਹੈ। ਅੱਛਾ, ਹਾਂਜੀ, ਤੇ ਮਲਕਪੁਰ ਵਿਆਹ ਸੀ, ਉਹਦੀ ਜਿਹੜੀ ਘਰ ਵਾਲੀ ਸੀ ਉਹਦਾ ਨਾਮ ਵੀ ਭਾਨਕੌਰ ਸੀ। ਲੇਕਿਨ ਬਹੁਤ ਹੀ ਅੱਛਾ ਪਰਿਵਾਰ ਹੈ ਜੀ, ਮੈਂ ਉੱਥੇ ਰਹਿ ਕੇ ਆਇਆ। ਉਹਨਾਂ ਦੀ ਜਿਹੜੀ ਨੂੰਹ ਹੈ ਨਾ ਜੀ, ਉਹ ਮੈਂ ਇੱਦਾਂ ਦੀ ਔਰਤ ਨਹੀਂ ਦੇਖਣੀ, ਸਾਡੇ ਮੁਸਲਮਾਨਾਂ 'ਚ ਤਾਂ ਨਹੀਂ ਨਜ਼ਰ ਆਈ ਮੈਨੂੰ। ਉਹ ਸਰ ਸਵੇਰ ਨੂੰ ਤੜਕੇ ਉੱਠ ਕੇ ਆਪਣੀ ਸੱਸ ਦੇ ਸਿਰ ਦੇ ਵਿੱਚ ਤੇਲ ਪਾਉਣਾ, ਉਹਨੇ ਸਿਰ ਨੂੰ ਚੰਗੀ ਤਰ੍ਹਾਂ ਝੱਸਣਾ, ਫਿਰ ਪੈਰਾਂ ਨੂੰ ਚੰਗੀ ਤਰ੍ਹਾਂ, ਫਿਰ ਇੱਦਾਂ ਹੀ ਆਪਣੇ ਸਹੁਰੇ ਦੇ ਸਿਰ 'ਚ। ਇੰਨੀ ਖਿਦਮਤ ਕਰਨ ਵਾਲੀ ਔਰਤ ਮੈਂ ਨਹੀਂ ਦੇਖੀ। ਹੁਣ ਤੇ ਮਤਲਬ ਨੌਵਾਂ ਸੱਸਾਂ ਨੂੰ ਪਾਣੀ ਦਾ ਗਲਾਸ ਨਹੀਂ ਪਿਆਉਂਦੀ, ਤੇ ਉਹ ਇੱਦਾਂ ਦੀ ਮੈਂ ਦੇਖੀ ਆ। ਮੈਂ ਕਹਿੰਦਾ ਕਿ ਉਹ ਔਰਤ ਦੇਵਤਾ ਆ। ਔਰਤ ਕਾਦੀ, ਪ੍ਰਵਿੰਦਰ ਕੌਰ ਉਹਦਾ ਨਾਂ ਹੈ, ਸਾਡੀ ਉਹ ਭੈਣ। ਹਾਂਜੀ, ਗੁਰਵੇਜ ਸਿੰਘ ਜਿਹੜੇ ਹੈਗੇ ਆ ਉਹਦੇ ਘਰ ਵਾਲੇ ਨੇ, ਤੇ ਠਾਕਰ ਸਿੰਘ ਦਾ ਬੇਟਾ ਆਪਣਾ ਵਰਿਆਮ ਸਿੰਘ ਦਾ ਬੇਟਾ। ਅੱਛਾ, ਬਹੁਤ ਹੀ ਗ੍ਰੇਟ ਲੋਕ ਆ ਉਹ। ਅੱਛਾ, ਇਹ ਜਿਹੜਾ ਪਿੰਡ ਦੇ ਵਿੱਚ ਸਕੂਲ ਸੀ ਉਦੋਂ ਇੱਥੇ ਟੀਚਰ ਫਿਰ ਬਾਹਰੋਂ ਪੜ੍ਹਾਉਣ ਆਉਂਦੇ ਸੀ ਜਾਂ ਕੋਈ ਪਿੰਡ ਦੇ ਵੀ? ਨਹੀਂ ਜੀ, ਮਾਸਟਰ ਅਹਿਮਦ ਅਲੀ ਸੀ ਗੱਟ ਵਾਲੇ ਦਾ। ਗੱਟ ਵਾਲੇ ਹਾਂਜੀ, ਪਿੰਡ ਦਾ। ਹਾਂਜੀ, ਉਹ ਮੁਸਲਮਾਨ ਸੀ, ਉਹ ਇੱਥੇ ਆਉਂਦਾ ਸੀ, ਉਹ ਇੱਥੇ ਪੜ੍ਹਾਉਂਦਾ। ਹਾਂਜੀ। ਠੀਕ। ਇਹ ਮਾਸਟਰ ਜਵਾਲਾ ਸੋਹ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਇਹ ਸਕੂਲ ਬਣਿਆ ਸੀ, ਉਹਨਾਂ ਨੇ ਬਣਾਇਆ। ਮੈਂ ਅੱਗੇ ਗੱਲ ਕਰਨ ਡਿਆ ਵੀ ਨਾਲ ਲੱਗਦਾ ਸੀ ਸਟੇਸ਼ਨ। ਹਾਂਜੀ, ਜਿਹੜੇ ਉਦੋਂ ਉਸ ਦੌਰ ਦੇ ਵਿੱਚ ਜਿਹਨੂੰ ਟ੍ਰੇਨ ਆਉਂਦੀ ਉਹ ਨਾ ਬੜੇ ਮਹਿੰਗੇ ਪਿੰਡ ਗਿਣੇ ਜਾਂਦੇ ਨੇ। ਹਾਂ, ਬਿਲਕੁਲ ਬਿਲਕੁਲ। ਰੋਡ ਵੀ ਲਾਗੋਂ ਲੰਘਦਾ ਤੇ ਟ੍ਰੇਨ ਵੀ ਲੰਘਦੀ। ਸਾਡੇ ਪਿੰਡ ਦੀਆਂ ਸਿੱਖਾਂ ਦੀਆਂ ਕੁੜੀਆਂ ਜਿੰਨੀਆਂ ਵੀ ਵੱਡੇ ਜਹਾਂਗੀਰ ਵਿਆਹੀਆਂ ਸੀ, ਵੱਡੇ ਜਹਾਂਗੀਰ ਦੀਆਂ ਸਿੱਖਾਂ ਦੀਆਂ ਕੁੜੀਆਂ ਸਾਡੇ ਪਿੰਡ ਵਿਆਹੀਆਂ ਸੀ। ਅੱਛਾ, ਹਾਂਜੀ, ਜਹਾਂਗੀਰ ਅੱਡੇ ਅੱਡਜਕੋਟ ਦੇ ਲਾਗੇ। ਤੇ ਇਹਦਾ ਸਾਡੇ ਵਾਲੇ ਬਾਜ਼ਾਰ ਦੇ ਵਿੱਚ ਠਾਕਰ ਸੋ ਨੰਬਰਦਾਰ ਦੇ ਘਰ ਤੋਂ ਸਾਡੇ ਘਰ ਨੂੰ ਤੁਰੀਏ, ਪਹਿਲਾ ਘਰ ਮੂਲਾ ਸੋਹ ਦਾ ਹੁੰਦਾ, ਅਗਲਾ ਹੁੰਦਾ ਮਾਈ ਆਤੋ ਦਾ, ਉਹਦੇ ਸਾਹਮਣੇ ਵਾਲਾ ਭਗਵਾਨ ਸੋਹ ਦਾ, ਉਸ ਤੋਂ ਅੱਗੇ ਮੰਗਲ ਸੋਹ, ਉਸ ਤੋਂ ਅੱਗੇ ਬਖਤੌਰ ਸੋਹ ਦੇ ਹੁਕਮ ਸੋਹ, ਅੱਗੇ ਬੂਟਾ ਸੋਹ, ਅੱਗੇ ਮਤਲਬ ਵਿਸਾਖਾ ਸੋਹ, ਅੱਗੇ ਠਾਕਰ ਸੋਹ ਭਲਵਾਨ। ਠਾਕਰ ਸੋਹ ਦੇ 2 ਮੁੰਡੇ ਸੀ, ਇੱਕ ਨੂੰ ਦਾਣੂ ਕਹਿੰਦੇ, ਇੱਕ ਨੂੰ ਜੱਗੀ ਕਹਿੰਦੇ ਸੀ। ਇਹੋ ਹੀ ਨਾਂ ਸੀ ਮੈਨੂੰ ਇਹਨਾਂ ਦਾ ਪਤਾ। ਗੁਰਕੌਰ ਉਹਦੀ ਘਰ ਦਾ ਨਾਂ, ਗੁਰਕੁਰਸੀ ਉਹਦੀ ਘਰ ਦੀ। ਤੇ ਚੱਲਦੇ ਆ ਪਿੰਡ ਵੀ ਤੁਹਾਨੂੰ ਲੈ ਕੇ, ਪਿੰਡ ਦਾ ਸਕੂਲ ਵੀ, ਉਹ ਪਿੰਡ ਦੀਆਂ ਕੁਝ ਗਲੀਆਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ।
ਉਹਨਾਂ ਯਾਦਾਂ ਨੂੰ ਜਿਹੜੀਆਂ 71 ਵਰ੍ਹਿਆਂ ਪਹਿਲਾਂ ਵਿਛੜ ਗਈਆਂ ਉਹਨਾਂ ਨੂੰ ਤਾਜ਼ਾ ਕਰਨ ਦੀ ਇੱਕ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ। ਹਾਂਜੀ ਹੋਪਫੁਲੀ ਜਿਹੜੇ ਇਸ ਪਿੰਡ ਤੋਂ ਉੱਠ ਕੇ ਗਏ ਨੇ ਉਹ ਮੋਹਲਾਂ ਦੇ ਵਿੱਚ, ਚੌਹਾਨ ਦੇ ਵਿੱਚ, ਹੋਰ ਕਿੱਥੇ ਕਿੱਥੇ ਬੈਠੇ ਨੇ ਜੀ? ਇਹ ਅੰਮ੍ਰਿਤਸਰ ਸ਼ਹਿਰ 'ਚ ਹੀ ਬੈਠੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਬੈਠੇ ਨੇ। ਹਾਂਜੀ ਉਹਨਾਂ ਦੇ ਵਾਸਤੇ ਇੱਕ ਸਾਡਾ ਛੋਟਾ ਜਿਹਾ ਗਿਫਟ ਹੀ ਹੈ। ਤੇ ਚੱਲਦੇ ਆ ਪਿੰਡ ਗੱਟੀ ਨੂੰ ਤੁਹਾਨੂੰ ਵਿਖਾਉਂਦੇ ਆ। ਠੀਕ ਹੈ ਸਰ।